ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਰਾਮ ਕੁੰਵਰ ਦੀ ਜ਼ਬਾਨੀ। ਇਹ ਇਤਿਹਾਸ ਗੁਰੂ ਸਾਹਿਬ ਦਾ ਭਾਈ ਰਾਮ ਕੁੰਵਰ ਜੀ ਖਾਲਸੇ ਨੂੰ ਸੁਣਾ ਰਹੇ ਹਨ ਅਤੇ ਲਿਖਾਰੀ ਭਾਈ ਸਾਹਿਬ ਸਿੰਘ ਇਸ ਨੂੰ ਲਿਖ ਰਹੇ ਹਨ। ਭਾਈ ਸਾਹਿਬ ਸਿੰਘ ਜੀ ਕਹਿੰਦੇ ਹਨ, ਜਿਸ ਤਰ੍ਹਾਂ ਮੈਂ ਗੁਰੂ ਜੀ ਦੇ ਮੁਖ ਤੋਂ ਸੁਣਿਆ ਸੀ ਤਿਵੇਂ ਹੀ ਮੈਂ ਤੁਹਾਨੂੰ ਲਿਖਵਾ ਰਿਹਾ ਹਾਂ। ਭਾਈ ਸਾਹਿਬ ਜੀ ਦੱਸਦੇ ਹਨ ਕਿ ਗੁਰੂ ਜੀ ਦੀ ਕਥਾ ਅਕਥ ਹੈ, ਉਸ ਦਾ ਮੈਂ ਕੁਝ ਭੇਦ ਨਹੀਂ ਪਾ ਸਕਦਾ। ਭਾਈ ਰਾਮ ਕੁੰਵਰ ਜੀ ਕਹਿਣ ਲੱਗੇ ਕਿ ਇੱਕ ਦਿਨ ਗੁਰੂ ਜੀ ਨੇ ਮੈਨੂੰ ਖੁਸ਼ ਹੋ ਕੇ ਆਖਿਆ, ਹੇ ਬੁੱਢੇ ਦੀ ਬੰਸ, ਤੂੰ ਬੁੱਢਾ ਹੋਵੇਂਗਾ, ਤੇਰੀ ਲੰਮੀ ਉਮਰ ਹੋਵੇਗੀ, ਤੇਰਾ ਘਰ ਜਦੋਂ ਪਰਲੋਕ ਵਿੱਚ ਹੋਵੇਗਾ ਤਦੋਂ ਸਾਡਾ ਮਾਤ ਲੋਕ ਵਿੱਚ ਹੋਵੇਗਾ, ਪਰ ਜਦੋਂ ਸਾਡਾ ਪਰਲੋਕ ਵਿੱਚ ਹੋਵੇਗਾ ਤੇਰਾ ਤਦੋਂ ਮਾਤ ਲੋਕ ਵਿੱਚ ਹੋਏਗਾ। ਇਹ ਵਾਕ 3 ਵਾਰ ਕਰਕੇ ਆਪ ਜੀ ਨੇ ਆਪਣੇ ਹੱਥ ਨਾਲ ਇੱਕ ਢਾਲ ਅਤੇ ਇੱਕ ਕਿਰਪਾਨ ਮੈਨੂੰ ਦਿੱਤੀ। ਸੰਗਤ ਦੀ ਪ੍ਰੀਖਿਆ ਉਪਰੰਤ ਭਾਈ ਜੀ ਨੇ ਕਥਨ ਕੀਤਾ ਕਿ ਦੂਸਰੇ ਦਿਨ ਸਵੇਰੇ ਜਦ ਇਸ਼ਨਾਨ ਆਦਿ ਕਰਕੇ ਮੈਂ ਗੁਰੂ ਜੀ ਦੇ ਦਰਸ਼ਨ ਕਰਨ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਆਪ ਜੀ ਨਦੀ ਉੱਤੇ ਗਏ ਹਨ। ਜਦ ਮੈਂ ਉੱਧਰ ਹੀ ਤੁਰ ਪਿਆ ਤਾਂ ਅੱਗੇ ਸਿੱਖ ਭੱਜੇ ਆਉਂਦੇ ਮਿਲੇ। ਮੈਂ ਪੁੱਛਿਆ, ਸਤਿਗੁਰੂ ਜੀ ਕਿੱਥੇ ਹਨ? ਤੁਸੀਂ ਭੱਜੇ ਕਿਉਂ ਆਉਂਦੇ ਹੋ? ਸਿੱਖਾਂ ਨੇ ਦੱਸਿਆ ਕਿ ਗੁਰੂ ਜੀ ਦਾ ਕੁਝ ਸੁਭਾਅ ਫਿਰ ਗਿਆ ਹੈ, ਸਭ ਨੂੰ ਇੱਟਾਂ ਢੀਮਾਂ ਤੇ ਪੱਥਰ ਮਾਰ ਰਹੇ ਹਨ, ਸੋ ਅਸੀਂ ਡਰਦੇ ਮਾਰੇ ਭੱਜ ਆਏ ਹਾਂ। ਇਹ ਗੱਲ ਸੁਣਦੇ ਸਾਰ ਹੀ ਮੈਂ ਛੇਤੀ ਨਾਲ ਗੁਰੂ ਜੀ ਪਾਸ ਪਹੁੰਚਿਆ। ਉੱਥੇ ਆਪ ਜੀ ਨੇ ਇੱਕ ਸਿੱਖ ਚੋਰ ਕਰ ਰਿਹਾ ਸੀ, ਹੋਰ ਸਭ ਪੈਂਦੀ ਵੇਖ ਕੇ ਭੱਜ ਗਏ ਸਨ। ਮੈਂ ਮੱਥਾ ਟੇਕ ਕੇ ਬੈਠ ਗਿਆ। ਗੁਰੂ ਜੀ ਉਸੇ ਭਿਆਨਕ ਦਸ਼ਾ ਵਿੱਚ ਹੀ ਚੁੱਪ ਕਰਕੇ ਬੈਠੇ ਰਹੇ, ਨਾ ਸੁੱਤੇ ਅਤੇ ਨਾ ਹੀ ਸਾਵਧਾਨ ਹੋਏ। ਜਦ ਸੰਧਿਆ ਦਾ ਹਨੇਰਾ ਹੋ ਗਿਆ ਤਾਂ ਆਪ ਜੀ ਦਾ ਪਹਿਲੇ ਵਰਗਾ ਠੀਕ ਸੁਭਾਅ ਵੇਖ ਕੇ ਹੁਸ਼ਨਾਕ ਸਿੰਘ ਚੌਰ ਬਰਦਾਰ ਸਰਹੰਦ ਦੇ ਰਹਿਣ ਵਾਲੇ ਨੇ ਪੁੱਛਿਆ, ਹੇ ਪ੍ਰਭੂ ਜੀ, ਅੱਜ ਤੁਸਾਂ ਇਹ ਕੀ ਭਾਣਾ ਵਰਤਾਇਆ ਹੈ? ਸਤਿਗੁਰੂ ਜੀ ਨੇ ਉੱਤਰ ਦਿੱਤਾ, ਭਾਈ ਹੁਸ਼ਨਾਕ ਸਿੰਘ, ਇਹ ਅੱਜ ਅਸਾਂ ਸੰਗਤ ਦੀ ਪ੍ਰੀਖਿਆ ਕੀਤੀ ਹੈ। ਜਿਹੜੇ ਅਸ਼ਰਦਕ ਹੋ ਕੇ ਭੱਜ ਗਏ ਹਨ ਉਹ ਦੁੱਖ ਪਾਉਣਗੇ ਅਤੇ ਹੱਥ ਮਾਰ ਕੇ ਪਛਤਾਉਣਗੇ, ਪਰ ਸਾਡੀ ਸੰਗਤ ਦਾ ਸਦਕਾ ਇਹ ਮਰ ਕਰਕੇ ਫੇਰ ਸਾਡੇ ਸਿੱਖਾਂ ਦੇ ਘਰ ਜਨਮ ਲੈਣਗੇ। ਇੱਕ ਦਿਨ ਗੁਰੂ ਜੀ ਦੀਵਾਨ ਵੱਲ ਆ ਰਹੇ ਸਨ ਕਿ ਰਸਤੇ ਵਿੱਚ ਇੱਕ ਕੰਧ ਲਿੰਬ ਰਿਹਾ ਸੀ। ਉਸ ਪਾਸੋਂ ਗਾਰੇ ਦੀਆਂ ਛਿੱਟਾਂ ਆਪ ਜੀ ਦੇ ਜਾਮੇ ਉੱਤੇ ਪੈ ਗਈਆਂ। ਆਪ ਜੀ ਨੇ ਹੁਕਮ ਦਿੱਤਾ ਕਿ ਇਸ ਲਿਪਾਈ ਕਰਨ ਵਾਲੇ ਨੂੰ ਇੱਕ ਤਮਾਚਾ ਮਾਰੋ। ਆਪ ਜੀ ਦਾ ਇਹ ਹੁਕਮ ਸੁਣ ਕੇ ਕਈ ਸਿੱਖਾਂ ਨੇ ਭੱਜ ਕੇ ਉਸ ਨੂੰ ਤਮਾਚੇ ਜਾ ਮਾਰੇ, ਜਿਸ ਕਰਕੇ ਉਹ ਲੇਪਣੀ ਸਿੰਘ ਵਿਚਾਰਾ ਬੇਹੋਸ਼ ਹੋ ਗਿਆ। ਗੁਰੂ ਜੀ ਨੇ ਸਿੱਖਾਂ ਦੀ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਆਪ ਜੀ ਨੇ ਸਭ ਸੰਗਤ ਨੂੰ ਸੰਬੋਧਨ ਕਰਕੇ ਆਖਿਆ ਕਿ ਇਹ ਗੁਰੂ ਕਾ ਸਿੱਖ ਹੈ, ਇਸ ਦੇ ਕੇਸਾਂ ਉੱਤੇ ਤੁਸਾਂ ਧੱਫੇ ਮਾਰੇ ਹਨ, ਇਹ ਬਹੁਤ ਬੁਰਾ ਕੀਤਾ ਹੈ। ਇਹ ਕੇਸ ਗੁਰੂ ਕਾ ਬਾਣਾ ਹੈ, ਜੋ ਇਸ ਨੂੰ ਹੱਥਾਂ ਨਾਲ ਤਾੜੇਗਾ ਉਹ ਗੁਰੂ ਜੀ ਦਾ ਵੈਰੀ ਹੋਵੇਗਾ। ਅਸਾਂ ਇੱਕ ਸਿੱਖ ਨੂੰ ਤਮਾਚਾ ਮਾਰਨ ਦਾ ਹੁਕਮ ਦਿੱਤਾ ਸੀ, ਪਰ ਤੁਸਾਂ ਸਾਰਿਆਂ ਨੇ ਹੀ ਇੱਕ ਇੱਕ ਤਮਾਚਾ ਮਾਰ ਦਿੱਤਾ ਹੈ। ਗੁਨਾਹ ਉਸ ਦਾ ਥੋੜਾ ਸੀ, ਪਰ ਉਸ ਨੂੰ ਮਾਰ ਬਹੁਤ ਪੈ ਗਈ ਹੈ। ਇਹ ਵੀ ਤੁਹਾਡਾ ਸਿੱਖ ਭਾਈ ਸੀ, ਤੁਸਾਂ ਇਸ ਨਾਲ ਚੰਗਾ ਨਹੀਂ ਕੀਤਾ। ਇਸ ਕਰਕੇ ਜੇ ਤੁਸੀਂ ਸਾਰੇ ਹੀ ਗੁਰੂ ਦੇ ਹੁਕਮ ਨੂੰ ਮੰਨਦੇ ਹੋ, ਅਸੀਂ ਹੁਕਮ ਦਿੰਦੇ ਹਾਂ ਕਿ ਇਸ ਸਿੱਖ ਨੂੰ ਕੋਈ ਇੱਕ ਸਿੱਖ ਆਪਣੀ ਲੜਕੀ ਦਾ ਡੋਲਾ ਦੇ ਦੇਵੇ। ਗੁਰੂ ਜੀ ਦਾ ਹੁਕਮ ਸੁਣ ਕੇ ਸਭ ਸੰਗਤ ਚੁੱਪ ਹੋ ਗਈ। ਚੁੱਪ ਹੋਈ ਸੰਗਤ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ, ਭਾਈ ਸਿੱਖੋ, ਗੁਰੂ ਦਾ ਸਿੱਖ ਤਦ ਹੀ ਹੋ ਸਕਦਾ ਹੈ ਜੇ ਗੁਰੂ ਜੀ ਦੇ ਸਾਰੇ ਹੁਕਮ ਮੰਨੇ, ਪਰ ਤੁਸੀਂ ਮਤਲਬ ਦੇ ਸਿੱਖ ਹੋ, ਤੁਹਾਤੋਂ ਸਿੱਖੀ ਦੂਰ ਹੈ, ਤੁਸੀਂ ਕੇਵਲ ਗੁਰੂ ਦਾ ਬਾਣਾ ਧਾਰਨ ਮਾਤਰ ਸਿੱਖ ਹੋ। ਗੁਰੂ ਜੀ ਦੇ ਇਹ ਉਪਾਲਮਈ ਵਾਕ ਸੁਣ ਕੇ ਕੰਧਾਰ ਦੇ ਇੱਕ ਸਿੱਖ ਅਜੈਬ ਸਿੰਘ ਨੇ ਆਪਣੀ ਲੜਕੀ ਹਾਜ਼ਰ ਕਰਕੇ ਕਿਹਾ, ਲਓ ਗੁਰੂ ਜੀ, ਮੇਰੀ ਕੰਨਿਆ ਹਾਜ਼ਰ ਹੈ। ਗੁਰੂ ਜੀ ਨੇ ਕਿਹਾ, ਸਿੱਖਾ, ਤੂੰ ਨਿਹਾਲ ਹੈ, ਤੂੰ ਸਿੱਖੀ ਰੱਖ ਲਈ ਹੈ। ਉਧਰ ਲੇਪਣੀ ਸਿੰਘ ਨੇ ਕਿਹਾ, ਮੈਂ ਗਰੀਬ ਆਦਮੀ ਹਾਂ, ਮੈਂ ਸ਼ਾਦੀ ਨਹੀਂ ਕਰਨੀ। ਪਰ ਲੜਕੀ ਨੇ ਕਿਹਾ,
ਗੁਰੂ ਜੀ ਦੇ ਬਚਨਾਂ ਅਨੁਸਾਰ ਮੇਰੇ ਪਿਤਾ ਨੇ ਮੈਨੂੰ ਇਸਤਰੀ ਦੇ ਰੂਪ ਵਿੱਚ ਤੁਹਾਡੇ ਅਰਪਣ ਕੀਤਾ ਹੈ। ਹੁਣ ਮੈਨੂੰ ਜੇ ਤੁਸੀਂ ਨਹੀਂ ਵਰੋਗੇ ਤਾਂ ਮੈਂ ਗੁਰੂ ਕੇ ਦਰਬਾਰ ਵਿੱਚ ਸੇਵਾਦਾਰ ਨਹੀਂ ਬਣ ਕੇ ਰਹਾਂਗੀ, ਇੱਧਰ ਉੱਧਰ ਕਿਤੇ ਨਹੀਂ ਜਾਵਾਂਗੀ। ਲੜਕੀ ਦਾ ਇਹ ਨਿਸ਼ਚਾ ਵੇਖ ਕੇ ਗੁਰੂ ਜੀ ਨੇ ਲੇਪਣੀ ਸਿੰਘ, ਜਿਸ ਦਾ ਨਾਂ ਕਾਹਨ ਸਿੰਘ ਸੀ, ਨੂੰ ਆਖਿਆ, ਭਾਈ ਕਾਹਨ ਸਿੰਘ, ਇਹ ਕੰਨਿਆ ਸੁਸ਼ੀਲ ਹੈ, ਸਾਡਾ ਬਚਨ ਮੰਨ ਕੇ ਇਸ ਨੂੰ ਵਿਆਹ ਲੈ। ਇਸ ਵਿੱਚੋਂ ਤੇਰੇ ਘਰ 5 ਪੁੱਤਰ ਹੋਣਗੇ, ਤੇਰਾ ਬੜਾ ਪਰਿਵਾਰ ਵਧੇਗਾ, ਸੁੱਖ ਪਾਵੇਂਗਾ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਕਾਹਨ ਸਿੰਘ ਉਸ ਲੜਕੀ ਨਾਲ ਆਨੰਦ ਕਾਰਜ ਕਰਕੇ ਆਪਣੇ ਪਿੰਡ ਮਾਲਵੇ ਵਿੱਚ ਚਲਿਆ ਗਿਆ। ਇਹਨਾਂ ਦੇ ਘਰ ਗੁਰੂ ਜੀ ਦੇ ਵਾਰ ਅਨੁਸਾਰ ਸਿੱਖੀ ਸਿਦਕ ਵਾਲੇ 5 ਪੁੱਤਰ ਹੋਏ। ਗੁਰੂ ਕੇ ਲੰਗਰ ਦੀ ਮਹਾਨਤਾ। ਇੱਕ ਦਿਨ ਕੁਝ ਸਿੱਖਾਂ ਨੇ ਮਿਲ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ, ਲਾਂਗਰੀ ਸੰਗਤ ਨੂੰ ਪ੍ਰਸ਼ਾਦ ਇੱਕ ਵਾਰ ਥੋੜਾ ਥੋੜਾ ਵਰਤਾ ਕੇ ਫੇਰ ਨਹੀਂ ਦਿੰਦਾ। ਜੇ ਕੋਈ ਸਿੱਖ ਫੇਰ ਪ੍ਰਸ਼ਾਦ ਮੰਗੇ ਤਾਂ ਚੁੱਪ ਕਰ ਜਾਂਦਾ ਹੈ, ਬੋਲਦਾ ਹੀ ਨਹੀਂ, ਅਤੇ ਜੇ ਬੋਲਦਾ ਹੈ ਤਾਂ ਉਲਟਾ ਬੋਲਦਾ ਹੈ। ਸਾਰੀ ਸੰਗਤ ਚਾਹੁੰਦੀ ਹੈ ਕਿ ਤੁਸੀਂ ਲਾਂਗਰੀ ਨੂੰ ਤਕੜਾਈ ਕਰੋ ਕਿ ਸੰਗਤ ਨੂੰ ਭੁੱਖਾ ਨਾ ਰੱਖਿਆ ਕਰੇ, ਰੱਜ ਕੇ ਛਕਾਇਆ ਕਰੇ। ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ, ਇਹ ਲਾਂਗਰੀ ਲੋਭੀ ਤੇ ਲਾਲਚੀ ਹੈ, ਨੀਅਤ ਦਾ ਭੁੱਖਾ ਹੋਣ ਕਰਕੇ ਕਦੀ ਰੱਜਦਾ ਨਹੀਂ। ਇਹ ਪਿਛਲੇ ਜਨਮ ਦਾ ਮਸੰਦ ਜਾਪਦਾ ਹੈ। ਜੋ ਗੁਰੂ ਕੀ ਦੇਗ ਹੈ ਉਹ ਵਾਹਿਗੁਰੂ ਦੀ ਦੇਗ ਹੈ। ਇਸ ਦੇਗ ਵਿੱਚ ਬਹੁਤਾ ਸਵਾਦ ਹੁੰਦਾ ਹੈ। ਇਸ ਗੁਰੂ ਦੀ ਦੇਗ ਦਾ ਜਿਹੜਾ ਨਹੀਂ ਛਕਦਾ ਉਹ ਗੁਰੂ ਦਾ ਸਿੱਖ ਨਹੀਂ ਹੈ। ਅੱਗੇ ਵਾਸਤੇ ਤੁਸੀਂ ਸਾਰੇ ਸਿੱਖ ਭਾਈ ਸੁਣ ਲਵੋ, ਜਿਹੜੀ ਅਸਾਂ ਰਹਿਤ ਦੱਸੀ ਹੈ ਉਹ ਧਾਰਨ ਕਰਕੇ ਪ੍ਰਸ਼ਾਦ ਤਿਆਰ ਕਰੋ ਅਤੇ ਸਿੱਖ ਨੂੰ ਇਸ ਤਰ੍ਹਾਂ ਪਿਆਰ ਕੇ ਪ੍ਰਸ਼ਾਦ ਛਕਾਓ ਤਾਂ ਉਹ ਨਿਹਾਲ ਹੋ ਜਾਂਦਾ ਹੈ, ਉਸ ਨੂੰ ਕਦੀ ਕੋਈ ਕਸ਼ਟ ਨਹੀਂ ਹੁੰਦਾ। ਵਰਨ ਆਸ਼ਰਮ ਦੇ ਭਰਮ ਨੂੰ ਤਿਆਗ ਕੇ ਗੁਰੂ ਪੰਥ ਦੇ ਪ੍ਰੇਮੀ ਹੋ ਕੇ ਅਰਦਾਸ ਕਰਕੇ ਪ੍ਰਸ਼ਾਦ ਵਰਤਾਓ ਅਤੇ ਪ੍ਰਸ਼ਾਦ ਛਕਣ ਵਾਲਾ ਤ੍ਰੈ ਪ੍ਰਸਾਦ ਆਖ ਕੇ ਛਕੇ। ਤ੍ਰਿਪਤ ਹੋ ਕੇ ਹੱਥ ਮੂੰਹ ਸਾਫ਼ ਕਰਕੇ ਚੁੱਲ੍ਹੇ ਦਾ ਅਰਦਾਸਾ ਕਰੇ ਅਤੇ ਪਵਿੱਤਰਤਾ ਦਾ ਸਦਾ ਖਿਆਲ ਰੱਖੇ। ਸਿੱਖਾਂ ਦੀ ਸੇਵਾ ਸਿੱਖ ਕਰੇ। ਪ੍ਰਸ਼ਾਦ ਛਕਣ ਵਾਸਤੇ ਪਾਸ ਬੈਠੇ ਸਿੱਖ ਨੂੰ ਪੰਗਤ ਵਿੱਚੋਂ ਨਾ ਉਠਾਵੇ। ਜੋ ਪੇਟ ਭਰ ਕੇ ਖਾ ਲਵੇ ਅਤੇ ਫਿਰ ਲੋਭ ਕਰੇ ਅਥਵਾ ਸਿੱਖ ਦੇ ਘਰ ਲੜਕੀ ਆਦਿ ਨੂੰ ਮੰਦੀ ਨਜ਼ਰ ਨਾਲ ਵੇਖੇ ਤਾਂ ਉਹ ਸਿੱਖ ਅਵශ්‍ය ਹੀ ਨਰਕ ਵਿੱਚ ਪਵੇਗਾ। ਮੈਂ ਉਸ ਦਾ ਸਹਾਈ ਨਹੀਂ ਬਣਾਂਗਾ। ਜੋ ਭੁੱਖੇ ਸਿੱਖ ਨੂੰ ਆਦਰ ਨਾਲ ਪ੍ਰਸ਼ਾਦ ਛਕਾਵੇ ਉਹ 100 ਜਗ ਕੀਤੇ ਦਾ ਫਲ ਪ੍ਰਾਪਤ ਕਰਦਾ ਹੈ। ਜੋ ਸਿੱਖ ਨੂੰ ਵਿਦਿਆ ਪੜ੍ਹਾਵੇ, ਨੰਗੇ ਸਿਰ ਨੂੰ ਕੱਪੜਾ ਦੇਵੇ, ਸਿੱਖ ਦਾ ਕੋਈ ਅੜਿਆ ਹੋਇਆ ਕਾਰਜ ਠੀਕ ਕਰ ਦੇਵੇ, ਉਸ ਨੂੰ ਜਮਾਂ ਦਾ ਦੁੱਖ ਨਹੀਂ ਲੱਗੇਗਾ। ਰਾਗੀਆਂ ਪ੍ਰਤੀ ਬਚਨ। ਇੱਕ ਦਿਨ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਸਨ ਅਤੇ ਰਾਗੀ ਬਿਲਾਵਲ ਦੀ ਚੌਕੀ ਬੜੇ ਸੁੰਦਰ ਸੁਰ ਤਾਲ ਵਿੱਚ ਕਰ ਰਹੇ ਸਨ। ਸਾਰੀ ਸੰਗਤ ਨੇ ਰਾਗੀਆਂ ਨੂੰ ਵਾਹ ਵਾਹ ਕਰਕੇ ਉਹਨਾਂ ਦੀ ਪ੍ਰਸ਼ੰਸਾ ਕੀਤੀ। ਇਸ ਨੂੰ ਸਤਿਗੁਰੂ ਜੀ ਨੇ ਸੁਣ ਕੇ ਉੱਚੀ ਦੇਣੀ ਆਖਿਆ, ਇਹਨਾਂ ਰਾਗੀਆਂ ਨੇ ਜੋ ਕਿਹਾ ਹੈ ਉਹ ਇਹ ਆਪਣੇ ਕਹਿਣੇ ਨੂੰ ਆਪ ਧਾਰਨ ਨਹੀਂ ਕਰਦੇ। ਸੰਗਤ ਨੇ ਬੇਨਤੀ ਕਰਕੇ ਪੁੱਛਿਆ, ਸਤਿਗੁਰੂ ਜੀਓ, ਇਹ ਗੱਲ ਸਾਨੂੰ ਖੋਲ ਕੇ ਸਮਝਾਓ, ਅਸੀਂ ਸਮਝ ਨਹੀਂ ਸਕੇ। ਸਤਿਗੁਰੂ ਜੀ ਨੇ ਇਸ ਨੂੰ ਸਮਝਾਉਣ ਵਾਸਤੇ ਇੱਕ ਪਿੰਡ ਦੇ ਚੌਧਰੀ ਦੀ ਵਾਰਤਾ ਸੁਣਾਈ। ਇੱਕ ਚੌਧਰੀ ਆਪਣੇ ਖੇਤ ਵਿੱਚ ਗਿਆ। ਉਸਨੇ ਖੇਤੀ ਨੂੰ ਪਾਣੀ ਦੇਣ ਵਾਸਤੇ ਖੂਹ ਜੋੜਿਆ। ਪਾਣੀ ਲਾਉਣ ਵਾਸਤੇ ਉਸ ਕਹੀ ਇੱਕ ਕਿਆਰੇ ਪਾਸ ਰੱਖ ਦਿੱਤੀ। ਕਹੀ ਕੋਈ ਚੁੱਕ ਕੇ ਲੈ ਗਿਆ। ਚੌਧਰੀ ਨੂੰ ਲੱਭੀ ਨਾ। ਚੌਧਰੀ ਨੇ ਵਿਚਾਰਿਆ ਕਿ ਜੇ ਮੇਰੀ ਕਹੀ ਹੀ ਚੋਰੀ ਹੋ ਗਈ ਤਾਂ ਹੋਰਨਾਂ ਦੀ ਕੀ ਗੱਲ ਹੈ, ਉਹਨਾਂ ਦੀ ਚੋਰੀ ਕਿਉਂ ਨਾ ਹੋਵੇਗੀ। ਉਸਨੇ ਢੋਲਕੀ ਨੂੰ ਸੱਦ ਕੇ ਡੌਂਡੀ ਫਿਰਵਾ ਦਿੱਤੀ ਕਿ ਜਿਸਨੇ ਚੌਧਰੀ ਦੀ ਕਹੀ ਲਈ ਹੈ ਉਹ ਦੇ ਦੇਵੇ, ਪਰ ਨਹੀਂ ਕਿਤੋਂ ਨਾ ਮਿਲੀ। ਪਰ ਉਸ ਦਾ ਪਿੰਡ ਦੀ ਤਲਾਸ਼ੀ ਕਰਾਈ, ਕਈ ਫਿਰ ਵੀ ਨਾ ਮਿਲੀ। ਉਹ ਬੜਾ ਹੈਰਾਨ ਹੋਇਆ। ਫਿਰ ਇੱਕ ਮਨੁੱਖ ਨੇ ਕਿਹਾ, ਚੌਧਰੀ ਜੀ, ਇਸ ਢੋਲਚੀ ਦੇ ਘਰ ਦੀ ਤਲਾਸ਼ੀ ਵੀ ਲੈ ਲਵੋ, ਜੇ ਕਈ ਮਿਲ ਜਾਵੇ। ਉਸ ਮਨੁੱਖ ਦੀ ਗੱਲ ਮੰਨ ਕੇ ਚੌਧਰੀ ਨੇ ਜਦ ਢੋਲਚੀ ਦੇ ਘਰ ਫਲਾਇਆ ਤਦ ਕਹੀ ਉਸ ਦੇ ਘਰ ਦੀ ਇੱਕ ਕੋਠੀ ਵਿੱਚੋਂ ਪਿੱਛੇ ਰੱਖੀ ਹੋਈ ਮਿਲ ਗਈ। ਚੌਧਰੀ ਨੇ ਕਿਹਾ, ਓਏ ਮੂਰਖ ਢੋਲਚੀ,
ਤੂੰ ਸਾਰਿਆਂ ਨੂੰ ਢੋਲ ਵਜਾ ਕੇ ਕਈ ਦਾ ਢੰਡੋਰਾ ਦਿੱਤਾ ਹੈ, ਪਰ ਕਈ ਤਾਂ ਤੂੰ ਆਪਣੇ ਘਰ ਹੀ ਛਪਾਈ ਹੋਈ ਸੀ ਕਿ ਆਪਣਾ ਢੰਡੋਰਾ ਤੈਨੂੰ ਆਪ ਨੂੰ ਨਾ ਸੁਣਿਆ। ਤੂੰ ਸਖਤ ਦੰਡ ਦਾ ਭਾਗੀ ਹੈ। ਇਹ ਆਖ ਕੇ ਚੌਧਰੀ ਨੇ ਉਸ ਨੂੰ ਯਥਾਯੋਗ ਸਜ਼ਾ ਦੇ ਕੇ ਛੱਡ ਦਿੱਤਾ। ਇਸੇ ਤਰ੍ਹਾਂ ਹੀ ਰਾਗੀ, ਪੰਡਤ ਅਤੇ ਜੋਤਸ਼ੀ ਦੂਸਰਿਆਂ ਨੂੰ ਸੁਣਾਉਂਦੇ ਹਨ, ਪਰ ਆਪ ਨਹੀਂ ਕਮਾਉਂਦੇ। ਜਿਵੇਂ ਰਸਤਾ ਪੁੱਛਣ ਵਾਲਾ ਪੁੱਛ ਕੇ ਅੱਗੇ ਪਹੁੰਚ ਜਾਂਦਾ ਹੈ, ਪਰ ਦੱਸਣ ਵਾਲਾ ਉੱਥੇ ਹੀ ਰਹਿ ਜਾਂਦਾ ਹੈ, ਤਿਵੇਂ ਹੀ ਰਾਗੀ, ਪੰਡਤ ਤੇ ਜੋਤਸ਼ੀ ਹਨ ਜੋ ਦੂਸਰਿਆਂ ਨੂੰ ਦੱਸਦੇ ਹਨ, ਪਰ ਆਪ ਅਮਲ ਨਹੀਂ ਕਰਦੇ। ਪੁੱਛਣ ਵਾਲਾ ਜਗਿਆਸੂ ਹੈ, ਉਹ ਅਮਲ ਕਰਦਾ ਹੈ, ਪਰ ਦੱਸਣ ਵਾਲਾ ਰੁਜ਼ਗਾਰੀਆ ਹੈ ਤੇ ਅਮਲ ਨਹੀਂ ਕਰਦਾ। ਜਦ ਤੱਕ ਆਪ ਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ, ਤਦ ਤੱਕ ਕਹਿਣਾ ਬੇਅਰਥ ਹੈ। ਜਿਨ੍ਹਾਂ ਨੂੰ ਸੱਚਾ ਗੁਰੂ ਮਿਲੇਗਾ ਉਹ ਬਖਸ਼ੇ ਜਾਣਗੇ, ਪਰ ਇਹ ਗੱਲ ਨੂੰ ਉਹੀ ਸਮਝਣਗੇ ਜਿਨ੍ਹਾਂ ਦੇ ਪੂਰਬਲੇ ਕਰਮ ਬਹੁਤ ਚੰਗੇ ਹੋਣਗੇ। ਬੋਲੋ ਭਾਈ ਜੀ, ਵਾਹਿਗੁਰੂ।